ਹੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ। ਲੋ ਭਗਤ ਜੀ ਕਹਿੰਦੇ ਨੇ, ਲੋ ਤੁਸੀਂ ਆਖਦੇ ਹੋ ਨਾ ਗੋਝ ਭਾਵ ਵਾਲਾ ਸ਼ਬਦ ਦੱਸੋ। ਲੋ ਅਸੀਂ ਇੱਕ ਐਸੀ ਬਰਾਤ ਵੇਖੀ, ਉਹ ਬਰਾਤ ਕਿਹਦੀ ਸੀ ਪਹਿਲਾਂ ਇਹ ਗੱਲ ਲੈ ਲਈਏ। ਉਹ ਸੀ ਕਿਸੇ ਬਾਂਝ ਦੇ ਪੁੱਤਰ ਦੀ। ਅੱਗੇ ਚੱਲ ਕੇ ਪੰਕਤੀ ਆਉਂਦੀ ਹੈ, ਬੰਸ ਕੋ ਪੂਤ ਬਿਆਹਨ ਚੱਲਿਆ ਸੋਏ ਨੇ ਮੰਡਪ ਛਾਏ। ਕਿਸੇ ਬਾਂਝ ਦੇ ਪੁੱਤਰ ਦੀ ਬਰਾਤ ਸੀ। ਪਹਿਲੀ ਤਾਂ ਗੱਲ ਜਿਹੜੀ ਬਾਂਝ ਇਸਤਰੀ ਉਹ ਹੁੰਦੀ ਜਿਹਦੇ ਪੁੱਤਰ ਨਾ ਹੋ ਸਕੇ। ਤੇ ਪਰ ਇੱਥੇ ਉਹ ਅਜੀਬ ਗੱਲ ਹੈ ਨਾ ਵੀ ਬਾਂਝ ਦਾ ਪੁੱਤਰ ਵਿਆਹੁਣ ਵਾਸਤੇ ਚੱਲਿਆ। ਪਰ ਭਗਤ ਜੀ ਕਹਿੰਦੇ ਨੇ ਉਸ ਵਿਆਹ ਦੇ ਵਿੱਚ ਵੀ ਜਿਹੜੇ ਕੋਈ ਅੱਗੇ ਸਾਜੀ ਸਨ, ਕਿਉਂਕਿ ਵਿਆਹ ਦੇ ਸਮੇਂ ਲੋਕ ਬੈਂਡ ਬਾਜੀ ਵਜਾਉਂਦੇ ਨੇ, ਕਈ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਗਟਾਉਂਦੇ ਨੇ। ਤੇ ਉਸ ਜਿਹੜੀ ਬਾਂਝ ਦੇ ਪੁੱਤਰ ਦੇ ਵਿਆਹ ਦੇ ਵਿੱਚ ਇਹ ਅਸੀਂ ਅਸਚਰਜ ਦ੍ਰਿਸ਼ ਵੇਖਿਆ। ਫੀਲ ਰਬਾਬੀ, ਉੱਥੇ ਫੀਲ ਦਾ ਅਰਥ ਹੈ ਹਾਥੀ। ਹਾਥੀ ਉੱਥੇ ਰਬਾਬੀ ਬਣਿਆ ਹੋਇਆ ਸੀ, ਹਾਥੀ ਰਬਾਬ ਵਜਾ ਰਿਹਾ ਸੀ। ਬਲਦ ਪਖਾਵਜ, ਤੇ ਜਿਹੜਾ ਇੱਕ ਬਲਦ ਸੀ ਉਹ ਪਖਾਵਜ ਤਬਲਾ ਮਿਰਦੰਗ ਵਜਾ ਰਿਹਾ ਸੀ। ਕਊਆ ਤਾਲ ਵਜਾਵੈ, ਤੇ ਕਊਆ ਦਾ ਅਰਥ ਜਿਹੜਾ ਕਾਂ ਸੀ ਉਹ ਤਾਲ ਛੈਣੇ ਵਜਾ ਰਿਹਾ ਸੀ। ਪਹਿਰ ਚੋਲਨਾ ਗਦਹਾ ਨਾਚੈ ਪੈਸਾ ਭਗਤ ਕਰਾਵੈ। ਲੋ ਭਗਤ ਜੀ ਕਹਿੰਦੇ ਨੇ ਇੱਕ ਗਧਾ ਸੀ, ਖੋਤਾ ਸੀ, ਉਹ ਵੱਡਾ ਸਾਰਾ ਚੋਲਾ ਪਾ ਕੇ ਘੱਗਰਾ ਪਾ ਕੇ ਉਹ ਨੱਚ ਰਿਹਾ ਸੀ। ਪੈਸਾ ਭਗਤ ਕਰਾਵੈ, ਤੇ ਪੈਸਾ ਦਾ ਅਰਥ ਇੱਕ ਝੋਟਾ ਸੀ, ਸਾਨ ਸੀ, ਉਹ ਉੱਥੇ ਭਗਤੀ ਕਰ ਰਿਹਾ ਸੀ। ਭਾਵ ਉਹ ਵੀ ਉਸ ਗਧੇ ਦੇ ਨਾਲ ਚੋਲਾ ਪਾ ਕੇ ਉਹ ਵੀ ਭਜਨ ਗਾ ਰਿਹਾ ਸੀ। ਰਾਜਾ ਰਾਮ ਕਕਰੀਆ ਬਰੇ ਪਕਾਏ ਕਿਨੈ ਬੂਝਨ ਹਾਰੈ ਖਾਏ ਰਹਾਉ। ਲੋ ਭਗਤ ਜੀ ਕਹਿੰਦੇ ਨੇ ਇੱਕ ਰਾਜਾ ਰਾਮ ਨਾਮ ਦਾ ਹਲਵਾਈ ਸੀ, ਤੇ ਉਹਨੇ ਕਹਿੰਦੇ ਅੱਕ ਦੀਆਂ ਕਕੜੀਆਂ ਦੇ ਵੜੇ ਪਕਾਏ ਔਰ ਉਹ ਕੌੜੇ ਸਨ। ਪਰ ਕਿਸੇ ਵਿਰਲੇ ਹੀ ਵਿਚਾਰਵਾਨ ਨੇ, ਕਿਸੇ ਸੂਝਵਾਨ ਨੇ, ਕਿਸੇ ਗਿਆਨਵਾਨ ਪੁਰਸ਼ ਨੇ ਉਹਨਾਂ ਨੂੰ ਛਕਣਾ ਕੀਤਾ। ਬੈਠ ਸਿੰਘ ਘਰ ਪਾਨ ਲਗਾਵੈ ਕੀਸ ਗਲੌਰੇ ਲਿਆਵੈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ ਉਸ ਵਿਆਹ ਦੇ ਵਿੱਚ ਹੋਰ ਕੀ ਅਜੀਬ ਕੌਤਕ ਦਿਖਿਆ। ਬੈਠ ਸਿੰਘ ਘਰ ਪਾਨ ਲਗਾਵੈ, ਸਿੰਘ ਦਾ ਅਰਥ ਹੈ ਸ਼ੇਰ। ਸ਼ੇਰ ਆਪਣੇ ਘਰ ਘੁਰਨੇ ਦੇ ਵਿੱਚ ਬੈਠ ਕੇ ਪਾਨ ਲਗਾਵੈ, ਉਹ ਪਾਨਾਂ ਦੇ ਬੀੜੇ ਲਾ ਰਿਹਾ ਸੀ, ਪਾਨਾਂ ਦੇ ਬੀੜੇ ਤਿਆਰ ਕਰ ਰਿਹਾ ਸੀ। ਤੇ ਕੀਸ ਗਲੌਰੇ ਲਿਆਵੈ, ਕੀਸ ਕਹਿੰਦੇ ਨੇ ਆ ਜਿਹੜੀ ਚਚੂੰਦਰ ਹੁੰਦੀ ਹੈ ਇੰਡੀਆ ਦੇ ਵਿੱਚ, ਇੱਕ ਉਹ ਚੂਹੇ ਦੀ ਕਿਸਮ ਦੀ ਇੱਕ ਚਚੂੰਦਰ ਹੁੰਦੀ ਹੈ, ਔਰ ਉਹ ਵੀ ਥੱਲੇ ਥੱਲੇ ਉਹ ਫਰਸ਼ ਤੇ ਤੁਰੀ ਫਿਰਦੀ ਹੈ, ਤੇ ਉਹ ਰਾਤ ਨੂੰ ਕਈ ਵਾਰੀ ਚੂੰ ਚੂੰ ਕਰਕੇ ਬੋਲਦੀ ਵੀ ਹੈ। ਕੀਸ ਉਹਨੂੰ ਆਖਿਆ। ਕੀਸ ਗਲੌਰੇ ਲਿਆਵੈ, ਤੇ ਜਿਹੜਾ ਸ਼ੇਰ ਸੀ ਆਪਣੇ ਘੁਰਨੇ ਵਿੱਚ ਬੈਠ ਕੇ ਪਾਨਾਂ ਦੇ ਬੀੜੇ ਲਾ ਰਿਹਾ ਸੀ, ਭਾਵ ਤਿਆਰ ਕਰ ਰਿਹਾ ਸੀ। ਤੇ ਜਿਹੜੀ ਕੀਸ ਚਚੂੰਦਰ ਸੀ ਤੇ ਉਹ ਪਾਨਾਂ ਦੇ ਬੀੜੇ ਅੱਗੇ ਲਿਆ ਕੇ ਬਰਾਤੀਆਂ ਨੂੰ ਵੰਡ ਰਹੀ ਸੀ। ਘਰ ਘਰ ਮੁਸਰੀ ਮੰਗਲ ਗਾਵਹਿ ਕਛੂਆ ਸੰਖ ਬਜਾਵੈ। ਲੋ ਉੱਥੇ ਹੋਰ ਕੀ ਅਜੀਬ ਕੌਤਕ ਡਿੱਠਾ। ਭਗਤ ਜੀ ਕਹਿੰਦੇ ਨੇ ਵੀ ਮੁਸਰੀ ਦਾ ਅਰਥ ਹੈ ਚੂਹੀਆਂ, ਕਿਉਂਕਿ ਮੂਸਾ ਦੇਖ ਡਰਾਈ ਰਹੇ। ਮੂਸਾ ਚੂਹੇ ਨੂੰ ਕਹਿੰਦੇ ਨੇ, ਮੁਸਰੀ ਦਾ ਅਰਥ ਹੋ ਗਿਆ ਚੂਹੀਆਂ। ਘਰ ਘਰ ਮੁਸਰੀ ਮੰਗਲ ਗਾਵੇ, ਵੀ ਘਰਾਂ ਘਰਾਂ ਦੇ ਵਿੱਚ ਮੁਸਰੀ ਦਾ ਅਰਥ ਹੈ ਚੂਹੀਆਂ, ਉਹ ਖੁਸ਼ੀ ਦੇ ਮੰਗਲਾਚਾਰ ਨੂੰ ਗਾ ਰਹੀਆਂ ਸਨ। ਕਛੂਆ ਸੰਖ ਬਜਾਵੇ, ਤੇ ਜਿਹੜਾ ਕੱਛੂ ਹੁੰਦਾ, ਕੱਛੂ ਇੱਕ ਐਸਾ ਜੀਵ ਹੈ ਜਿਹੜਾ ਪਾਣੀ ਵਿੱਚ ਵੀ ਰਹਿੰਦਾ ਹੈ ਤੇ ਬਾਹਰ ਵੀ, ਬਰੇਤੀ ਵਿੱਚ, ਰੇਤੇ ਵਿੱਚ ਉਹ ਬਾਹਰ ਨਿਕਲਿਆ। ਆਂਡੇ ਬਾਹਰ ਬਰੇਤੀ ਵਿੱਚ ਦਿੰਦਾ ਤੇ ਪਾਣੀ ਵਿੱਚ ਵੀ ਰਹਿ ਸਕਦਾ ਹੈ ਤੇ ਬਾਹਰ ਵੀ ਰਹਿ ਸਕਦਾ। ਉਹ ਜਿਹੜਾ ਕਛੂਆ ਹੈ ਸੰਖ ਵਜਾਵੇ, ਉਹ ਉਸ ਵਿਆਹ ਦੇ ਵਿੱਚ ਸੰਖ ਵਜਾ ਰਿਹਾ ਸੀ। ਬਾਂਸ ਕੋ ਪੂਤ ਬਿਆਹਨ ਚੱਲਿਆ ਸੋਏ ਨੇ ਮੰਡਪ ਛਾਏ। ਤੇ ਮਹਾਰਾਜ ਵਿਆਹ ਕਿਹਦਾ ਹੋ ਰਿਹਾ ਸੀ? ਕਹਿੰਦੇ ਬਾਂਝ ਦਾ ਪੁੱਤਰ ਸੀ। ਬਾਂਝ ਉਹ ਇਸਤਰੀ ਜੀ ਦੇ ਪੁੱਤਰ ਹੁੰਦਾ ਹੀ ਨਹੀਂ। ਇਹ ਗੱਲ ਬੜੀ ਗੁੱਝ ਭਾਵ ਵਾਲੀ ਹੋ ਗਈ ਨਾ, ਵੀ ਬਾਂਝ ਦਾ ਪੁੱਤਰ ਵਿਆਹੁਣ ਵਾਸਤੇ ਚੱਲਿਆ। ਸੋਏ ਨੇ ਮੰਡਪ ਛਾਏ, ਤੇ ਉੱਤੇ ਸੁਨਹਿਰੀ ਜਰੀਦਾਰ ਸ਼ਮਿਆਨੇ ਲੱਗੇ ਹੋਏ ਸਨ। ਰੂਪ ਕੰਨਿਆ ਸੁੰਦਰ ਬੇਦੀ ਸਸੈ ਸਿੰਘ ਗੁਣ ਗਾਏ। ਉਸ ਬਾਂਝ ਦੇ ਪੁੱਤਰ ਨੇ ਬੜੇ ਸੁੰਦਰ ਰੂਪ ਵਾਲੀ ਕੰਨਿਆ, ਬੇਦੀ ਦਾ ਅਰਥ ਵਹਿਣ ਦਿੱਤੀ। ਇਹਦਾ ਮਤਲਬ ਇਹ ਹੈ ਵੀ ਉਸਨੇ ਬੜੇ ਸੁੰਦਰ ਰੂਪ ਵਾਲੀ ਇੱਕ ਇਸਤਰੀ ਦੇ ਨਾਲ ਵਿਆਹ ਕਰਵਾਇਆ। ਬੇਦੀ ਦਾ ਅਰਥ ਹੁੰਦਾ ਵਿੰਨਣਾ। ਜਦੋਂ ਕਿਸੇ ਲੜਕੀ ਦਾ ਵਿਆਹ ਹੋਵੇ ਉਹਦੇ ਕੰਨ ਵਿੰਨੇ ਜਾਂਦੇ ਨੇ। ਨੱਕ ਵਿੱਚ ਵੀ ਕਈਆਂ ਦੇ ਪੁਰਾਣਾ ਰਿਵਾਜ ਸੀ, ਨੱਥ ਪਾਈ ਜਾਂਦੀ ਸੀ। ਜਿਵੇਂ ਇਹ ਵੀ ਇੱਕ ਪੁਰਾਣੀ ਕਹਾਵਤ ਬਣੀ ਹੈ, ਹੁਣ ਆਈ ਵਿਹੜੇ ਵਿੱਚ ਜੰਨ ਤੇ ਵਿੰਨੋ ਕੁੜੀ ਦੇ ਕੰਨ।
ਉਹ ਵਿੰਨਣ ਤੋਂ ਭਾਵ ਵਿਆਹ ਦੀ ਇੱਕ ਇਹ ਨਿਸ਼ਾਨੀ ਮੰਨੀ ਗਈ ਹੈ। ਲੋ ਭਗਤ ਜੀ ਕਹਿੰਦੇ ਨੇ ਰੂਪ ਕੰਨਿਆ ਸੁੰਦਰ ਬੇਦੀ, ਵੀ ਇੱਕ ਬੜੇ ਸੁੰਦਰ ਰੂਪ ਵਾਲੀ ਕੰਨਿਆ ਸੀ, ਉਹ ਉਸਨੇ ਵਿੰਨੀ ਬਾਂਝ ਦੇ ਪੁੱਤਰ ਨੇ ਭਾਵ ਉਸ ਨੂੰ ਵਿਆਹਿਆ। ਸਸਾ ਸਿੰਘ ਗੁਣ ਗਾਏ, ਤੇ ਉਸ ਵੇਲੇ ਭਾਈ ਇੱਕ ਪਾਸੇ ਸਹਿ ਨੇ, ਦੂਜੇ ਪਾਸੇ ਸਿੰਘ ਸ਼ੇਰ ਨੇ, ਤੇ ਖੜ ਕੇ ਵੀ ਜਿਹੜੇ ਇਹਨਾਂ ਦੇ ਧੇਤੇ ਤੇ ਪੁਤੇਤੇ ਸਨ, ਦੋ ਧਿਰਾਂ ਤੋਂ ਹੁੰਦੇ ਆ ਨਾ ਰਿਸ਼ਤੇਦਾਰ ਇਕੱਠੇ, ਤੇ ਉਹਨਾਂ ਦੇ ਗੁਣ ਗਾਏ, ਉਹਨਾਂ ਦੀ ਤਾਰੀਫ ਕੀਤੀ। ਕਹਿਤ ਕਬੀਰ ਸੁਨਹੁ ਰੇ ਸੰਤ ਹੋ, ਕੀਟੀ ਪਰਬਤ ਖਾਇਆ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਇਹ ਰੱਬ ਦੇ ਪਿਆਰਿਓ ਸੰਤੋ ਸੁਣੋ, ਅਸੀਂ ਤੁਹਾਨੂੰ ਜੋ ਕੁਝ ਇਹ ਗੁੱਝੇ ਭਾਵ ਵਾਲਾ ਸ਼ਬਦ ਸੁਣਾ ਰਹੇ ਹਾਂ, ਇਹਨੂੰ ਧਿਆਨ ਨਾਲ ਸੁਣੋ। ਤੇ ਜਦੋਂ ਬਰਾਤ ਵਿਆਹ ਤੋਂ ਬਾਅਦ ਮੁੜੀ ਤਾਂ ਕੀ ਹੋਇਆ, ਰਸਤੇ ਵਿੱਚ ਇੱਕ ਪਹਾੜ ਆ ਗਿਆ ਜਾਂ ਪਹਾੜ ਡਿੱਗ ਪਿਆ, ਰਸਤਾ ਬਲਾਕ ਹੋ ਗਿਆ। ਤੇ ਜਦੋਂ ਰਸਤਾ ਬਲਾਕ ਹੋ ਗਿਆ ਤੇ ਉਸ ਵੇਲੇ ਸਾਰੀ ਬਰਾਤ ਉੱਥੇ ਰੁਕ ਗਈ। ਸਿਆਣੇ ਬੰਦੇ ਵਿਚਾਰ ਕਰਨ ਲੱਗੇ, ਕਹਿੰਦੇ ਵੀ ਹੁਣ ਇਹ ਪਹਾੜ ਨੂੰ ਕੌਣ ਪਾਸੇ ਹਟਾਵੇਗਾ। ਤਾਂ ਕਹਿੰਦੇ ਨੇ ਇੱਕ ਉੱਥੇ ਕੀੜੀ ਸੀ ਬਰਾਤ ਦੇ ਵਿੱਚ, ਉਹ ਕੀੜੀ ਕਹਿਣ ਲੱਗੀ ਵੀ ਮੈਂ ਇਹ ਪਹਾੜ ਨੂੰ ਖਾ ਸਕਦੀ ਹਾਂ। ਹੁਣ ਛੋਟੀ ਜਿਹੀ ਕੀੜੀ ਪਹਾੜ ਨੂੰ ਕਿਵੇਂ ਖਾਊਗੀ, ਪਰ ਇਹ ਗੱਲ ਗੁੱਝ ਭਾਵ ਵਾਲੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਐ ਸੰਤੋ ਸੁਣੋ, ਤੇ ਕਹਿੰਦੇ ਨੇ ਇੱਕ ਕੀੜੀ ਸੀ, ਉਹਨੇ ਕੀੜੀ ਨੇ ਪਹਾੜ ਖਾ ਲਿਆ ਤੇ ਰਸਤਾ ਬਲਾਕ ਹੋਇਆ, ਖੋਲ ਦਿੱਤਾ। ਕਛੂਆ ਕਹੈ ਅੰਗਾਰ ਭੇ ਲੋਰੋ, ਲੋਕੀ ਸ਼ਬਦ ਸੁਨਾਇਆ। ਲੋਕ ਕਹਿੰਦੇ ਅੱਗੇ ਜਦੋਂ ਬਰਾਤ ਗਈ ਤੇ ਕਹਿੰਦੇ ਉੱਥੇ ਮੀਂਹ ਪਿਆ ਤੇ ਠੰਡ ਦੀ ਰੁੱਤ ਸੀ ਤੇ ਬੜੀ ਸੀਤ ਹਵਾ ਵਗ ਪਈ ਤੇ ਸਾਰਿਆਂ ਨੂੰ ਪਾਲਾ ਲੱਗਣ ਲੱਗਿਆ। ਤੇ ਸਾਰੇ ਕਹਿਣ ਲੱਗੇ ਵੀ ਇਹ ਤੇ ਬੜੀ ਔਖੀ ਘੜੀ ਆ ਕੇ ਬਣ ਗਈ, ਵੀ ਹੁਣ ਤੇ ਪੁਰਾਣੇ ਜ਼ਮਾਨੇ ਸਨ, ਉਹ ਕਹਿੰਦੇ ਵੀ ਹੁਣ ਤਾਂ ਅੱਗ ਚਾਹੀਦੀ ਹੈ, ਦਗ ਦੇ ਕੋਲੇ ਚਾਹੀਦੇ ਨੇ, ਵੀ ਫੇਰ ਆਪਣੀ ਠੰਡ ਆਪਣੀ ਦੂਰ ਹੋ ਸਕਦੀ ਹੈ। ਤੇ ਉਸ ਵੇਲੇ ਕਹਿੰਦੇ ਇੱਕ ਵੀ ਦਰਿਆ ਵਿੱਚੋਂ ਕੱਛੂ ਨਿਕਲਿਆ, ਤੇ ਕੱਛੂ ਆ ਕੇ ਉਹ ਜਿਹੜੇ ਬਰਾਤੀ ਉੱਥੇ ਪਾਲੇ ਵਿੱਚ ਠੁਰ ਠੁਰ ਕਰ ਰਹੇ ਸਨ, ਉਹਨਾਂ ਨੂੰ ਕਹਿਣ ਲੱਗਾ, ਕਹਿੰਦਾ ਵੀ ਦੱਸੋ ਤੁਹਾਨੂੰ ਅੰਗਿਆਰ ਚਾਹੀਦੇ ਨੇ, ਤੁਹਾਨੂੰ ਮੱਚਦੇ ਭਖਦੇ ਕੋਲੇ ਚਾਹੀਦੇ ਨੇ, ਤੁਸੀਂ ਆਪਣੀ ਠੰਡ ਦੂਰ ਕਰਨਾ ਚਾਹੁੰਦੇ ਹੋ। ਉਹ ਕਹਿੰਦੇ ਹਾਂ। ਕਛੂਆ ਕਹੇ ਅੰਗਾਰ ਭੇ ਲੋਰੋ, ਕੱਛੂ ਕਹਿਣ ਲੱਗਾ ਤੁਹਾਨੂੰ ਅੰਗਿਆਰ ਚਾਹੀਦੇ ਨੇ, ਭਖਦੇ ਕੋਲੇ ਚਾਹੀਦੇ ਨੇ, ਅੱਗ ਚਾਹੀਦੀ ਹੈ। ਉਹ ਕਹਿੰਦੇ ਹਾਂ। ਤੇ ਉਹਨੇ ਲਿਆ ਕੇ ਪਾਣੀ ਦੇ ਵਿੱਚੋਂ ਅੱਗ ਦੇ ਅੰਗਿਆਰ ਦੇ ਦਿੱਤੇ, ਮੱਚਦੇ ਕੋਲੇ ਲਿਆ ਕੇ ਪੇਸ਼ ਕਰ ਦਿੱਤੇ, ਲਓ ਵੀ ਸੇਕੋ ਤੇ ਆਪਣੀ ਠੰਡ ਦੂਰ ਕਰ ਲਓ। ਲੋਕੀ ਸ਼ਬਦ ਸੁਣਾਇਆ ਤੇ ਕਹਿੰਦੇ ਗੁੱਝੇ ਭੇਤ ਵਾਲਾ ਸ਼ਬਦ ਭਗਤ ਕਬੀਰ ਜੀ ਕਹਿੰਦੇ ਅਸਾਂ ਬਈ ਤੁਹਾਨੂੰ ਸੁਣਾਇਆ, ਤੇ ਹੁਣ ਇਹਦਾ ਜਿਹੜਾ ਅਸਲੀ ਤਾਤ ਪਰ ਜਾਂ ਅਸਲੀ ਸਿਧਾਂਤ ਉਹ ਹੁਣ ਤੁਸੀਂ ਸਮਝੋ। ਕਿਉਂਕਿ ਵਿਦਵਾਨ ਲੋਕ ਆਪਣੀ ਗੱਲ ਕਰ ਜਾਂਦੇ ਨੇ ਤੇ ਫਿਰ ਉਹ ਕਹਿੰਦੇ ਹੁਣ ਇਹਦਾ ਮਤਲਬ ਸਮਝੋ। ਹੁਣ ਜਿਵੇਂ ਆਪਾਂ ਇਸ ਸ਼ਬਦ ਦੇ ਅਰਥ ਕੀਤੇ ਨੇ ਬੜੇ ਗੁੱਝੇ ਭੇਤ ਨੇ, ਤੇ ਇਹਦਾ ਜੇ ਹੁਣ ਆਪਾਂ ਬਾਹਰਲਾ ਅਰਥ ਕੀਤਾ ਤੇ ਜ਼ਰੂਰ ਹੈ, ਪਰ ਇਹਦੇ ਵਿੱਚੋਂ ਸਾਨੂੰ ਕੋਈ ਸਾਰਥਕ ਸਿਧਾਂਤ ਤੇ ਕੁਝ ਸਮਝ ਪੱਲੇ ਪਿਆ ਨਹੀਂ ਹੈ। ਤੇ ਲੂਕੀ ਸ਼ਬਦ ਸੁਣਾਇਆ। ਦੂਜਾ ਲੂਕੀ ਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਲੂਕੀ ਦਾ ਅਰਥ ਗੁੱਤੀ, ਤੇ ਗੁੱਤੀ ਕਹਿੰਦੇ ਨੇ ਤੱਖ ਨੂੰ। ਜਿਵੇਂ ਇੱਕ ਜੂੰ ਹੁੰਦੀ ਹੈ ਨਾ, ਤੇ ਜੂੰ ਤੋਂ ਇੱਕ ਬਹੁਤ ਛੋਟੀ ਤੱਖ ਹੁੰਦੀ, ਬੜੀ ਸੂਖਮ ਹੁੰਦੀ ਹੈ। ਉਹ ਜਿੱਥੇ ਮਰਜੀ ਆਪਾਂ ਜਦੋਂ ਕਿਸੇ ਦੇ ਕੋਈ ਸਿਰ ਦੇ ਵਿੱਚ ਦੇਖਦੇ ਆ ਨਾ, ਤੇ ਲੂਕੀ ਸ਼ਬਦ ਸੁਣਾਇਆ ਤੇ ਉਹ ਜਿਹੜੀ ਤੱਖ ਹੈ ਵੀ ਉਹ ਬਹੁਤ ਛੇਤੀ ਲੁਕਦੀ ਹੈ, ਇੱਕਦਮ ਸਾਡੀ ਨਿਗਾਹ ਤੋਂ ਬਾਹਰ ਚਲੀ ਜਾਂਦੀ। ਇਸ ਲਈ ਲੂਕੀ ਦਾ ਅਰਥ ਵੀ ਉਹ ਤੱਖ ਵੀ ਕੀਤਾ ਵੀ ਉਹ ਜਿਹੜੀ ਤੱਖ ਨੇ ਉਹ ਹੁੰਦੀ ਤਾਂ ਬਹੁਤ ਛੋਟੀ ਹੈ, ਪਰ ਕਹਿੰਦੇ ਨੇ ਲੂਕੀ ਜਿਹੜੀ ਸੀ ਨਾ ਉਹ ਤੱਖ ਸੀ ਜਾਂ ਗੁੱਤੀ ਸੀ। ਉਹਨੇ ਕਹਿੰਦੇ ਉਸ ਵੇਲੇ ਬਾਹਰ ਨਿਕਲ ਕੇ ਸ਼ਬਦ ਸੁਣਾਇਆ, ਭਾਵ ਉਹਨਾਂ ਬਰਾਤੀਆਂ ਦਾ ਮਨੋਰੰਜਨ ਕੀਤਾ, ਉਹਨਾਂ ਨੂੰ ਉਹਨੇ ਕੋਈ ਨਾ ਕੋਈ ਉਪਦੇਸ਼ ਸੁਣਾਇਆ। ਇਹ ਕੁਛ ਗੁੱਝੇ ਭਾਵ ਵਾਲਾ ਸ਼ਬਦ ਭਗਤ ਕਬੀਰ ਜੀ ਨੇ ਜਦੋਂ ਉਚਾਰਨ ਕੀਤਾ ਤੇ ਜਿੰਨੇ ਪ੍ਰੇਮੀ ਬੈਠੇ ਸਨ ਉਹ ਕਹਿਣ ਲੱਗੇ ਮਹਾਰਾਜ ਸਾਨੂੰ ਤਾਂ ਕੁਛ ਸਮਝ ਨਹੀਂ ਆਈ, ਸਮਝ ਸਾਨੂੰ ਵੀ ਨਹੀਂ ਆਈ ਕਿਸੇ ਨੂੰ। ਅਰਥ ਤਾਂ ਤੁਸੀਂ ਸਾਰਿਆਂ ਨੇ ਸੁਣ ਲਏ ਨੇ, ਪਰ ਜਿੰਨਾ ਚਿਰ ਹੁਣ ਇਹਦੇ ਅਸਲੀ ਅੰਤਰੀ ਭਾਵਾਂ ਦਾ ਗੋਝ ਭਾਵਾਂ ਦਾ ਨਹੀਂ ਨਾ ਖੁਲਾਸਾ ਹੁੰਦਾ ਤੇ ਉਹਨਾਂ ਚਿਰ ਨਹੀਂ ਪਤਾ ਲੱਗ ਸਕਦਾ ਇਹਦਾ ਅਸਲੀ ਮਤਲਬ ਕੀ ਹੈ। ਕਿਉਂਕਿ ਵਿਦਵਾਨਾਂ ਦੇ ਦ੍ਰਿਸ਼ਟ ਕੁੰਟ ਹੁੰਦੇ ਨੇ, ਮਹਾਂਪੁਰਖਾਂ ਦੀਆਂ ਵੀ ਬੁਝਾਰਤਾਂ ਹੁੰਦੀਆਂ ਨੇ, ਇੱਕ ਇੱਕ ਸ਼ਬਦ ਦੇ ਕਈ ਅਰਥ ਹੁੰਦੇ ਨੇ। ਜਿਵੇਂ ਇੱਕ ਮਹਾਂਪੁਰਖ ਵੀ ਇੱਕ ਦੋਹਰਾ ਸੁਣਾਉਂਦੇ ਸਨ, ਸਾਰੰਗ ਕੋ ਸਾਰੰਗ ਮਿਲੀ, ਸਾਰੰਗ ਲੇਕਰ ਹਾਥ, ਸਾਰੰਗ ਨਾ ਹੋਤਾ ਕਰ ਬਿਖੇ ਤੋ ਸਾਰੰਗ ਦੇਤਾ ਕਾਟ। ਹੁਣ ਸਾਰੰਗ ਸ਼ਬਦ ਇੱਕੋ ਹੀ ਹੈ,
ਔਰ ਉਹਦੇ ਵਿੱਚ ਅਰਥ ਅਨੇਕਾਂ ਨੇ। ਜੇ ਹੁਣ ਆਪਾਂ ਇਸ ਦੋਹਰੇ ਦੇ ਅਰਥ ਆਮ ਸਾਧਾਰਨ ਬੰਦੇ ਨੂੰ ਪੁੱਛ ਲਈਏ, ਨਹੀਂ ਉਹ ਜਵਾਬ ਦੇ ਸਕਦਾ, ਪਰ ਜਦੋਂ ਇਹਦੇ ਗੋਝ ਭਾਵਾਂ ਨੂੰ ਕੋਈ ਬਰੀਕੀ ਦੇ ਨਾਲ ਕੋਈ ਸਮਝਾਵੇ ਫਿਰ ਜ਼ਰੂਰ ਪਤਾ ਲੱਗ ਜਾਂਦਾ। ਔਰ ਇਹਦੇ ਅਰਥ ਮਹਾਂਪੁਰਖ ਕਈ ਵਾਰੀ ਆਪਣੇ ਮੌਜ ਵਿੱਚ ਆ ਕੇ, ਵੱਡੇ ਮਹਾਂਪੁਰਖਾਂ ਦੀ ਗੱਲ ਹੈ, ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹ ਸਿੰਘਾਂ ਨਾਲ ਕਦੇ ਕਦੇ ਇਹੋ ਜਿਹੇ ਬਿਲਾਸ ਕਰਦੇ ਸੀ ਵੀ ਸਾਰੰਗ ਕੋ ਸਾਰੰਗ ਚਲੀ। ਇਹਦਾ ਅਰਥ ਕੀ ਹੈ? ਕਹਿੰਦੇ ਸਾਰੰਗ ਵੀ ਇੱਕ ਇਸਤਰੀ ਸੀ, ਵੀ ਉਹ ਸਾਰੰਗ ਦਾ ਅਰਥ ਹੈ ਵੀ ਉਹ ਕਹਿੰਦੇ ਖੂਹ ਤੇ ਪਾਣੀ ਭਰਨ ਚੱਲੀ। ਸਾਰੰਗ ਕੋ ਸਾਰੰਗ ਚੱਲੀ, ਸਾਰੰਗ ਲੈ ਕਰ ਹਾਥ, ਤੇ ਸਾਰੰਗ ਦਾ ਅਰਥ ਹੈ ਉਹਦੇ ਹੱਥ ਵਿੱਚ ਕਹਿੰਦੇ ਘੜਾ ਸੀ, ਖਾਲੀ ਘੜਾ ਸੀ, ਉਹ ਹੱਥ ਵਿੱਚ ਘੜਾ ਲੈ ਕੇ ਤੇ ਜਿਹੜੀ ਉਹ ਇਸਤਰੀ ਸੀ ਖੂਹ ਤੇ ਪਾਣੀ ਭਰਨ ਵਾਸਤੇ ਚੱਲੀ। ਕਹਿੰਦੇ ਨੇ ਸਾਰੰਗ ਨਾ ਹੋਤਾ ਕਰ ਵਿਖੇ, ਉਹਦੇ ਹੱਥ ਵਿੱਚ, ਕਿਉਂਕਿ ਰਾਤ ਦੇ ਸਮੇਂ ਉਹ ਖੂਹ ਤੇ ਪਾਣੀ ਭਰਨ ਗਈ, ਉਹਦੇ ਹੱਥ ਵਿੱਚ ਦੀਵਾ ਵੀ ਪਕੜਿਆ ਹੋਇਆ ਸੀ। ਸਾਰੰਗ ਦਾ ਅਰਥ ਦੀਵਾ ਹੋ ਗਿਆ। ਸਾਰੰਗ ਨਾ ਹੋਤਾ ਕਰ ਵਿਖੇ, ਕਹਿੰਦੇ ਜੇ ਉਹਦੇ ਹੱਥ ਵਿੱਚ ਦੀਵਾ ਨਾ ਹੁੰਦਾ ਤਾਂ ਸਾਰੰਗ ਦੇਤਾ ਕਾਟ। ਸਾਰੰਗ ਦਾ ਅਰਥ ਹੈ ਸੱਪ, ਉੱਤੇ ਸੱਪ ਬੈਠਾ ਸੀ। ਕਹਿੰਦੇ ਉਹ ਦੀਵੇ ਦੇ ਚਾਨਣ ਦੇ ਵਿੱਚ ਉਸਨੇ ਸੱਪ ਨੂੰ ਵੇਖ ਲਿਆ ਤੇ ਉਹਦਾ ਬਚਾਅ ਹੋ ਗਿਆ। ਜੇ ਉਹਦੇ ਕੋਲੇ ਦੀਵੇ ਦਾ ਚਾਨਣ ਨਾ ਹੁੰਦਾ ਤੇ ਸੱਪ ਨੇ ਉਸ ਨੂੰ ਡੰਗ ਮਾਰ ਦੇਣਾ ਸੀ। ਇਹੋ ਜਿਹੇ ਕੁਛ ਇਹ ਸ਼ਬਦ ਹੁੰਦੇ ਨੇ ਗੁੱਝੇ ਭੇਤ ਵਾਲੇ, ਜਿਨ੍ਹਾਂ ਦਾ ਹਰ ਕਿਸੇ ਨੂੰ ਪਤਾ ਨਹੀਂ ਲੱਗਦਾ। ਇੱਥੇ ਵੀ ਉਸੇ ਭਾਵ ਵਾਲਾ ਸ਼ਬਦ ਭਗਤ ਕਬੀਰ ਜੀ ਨੇ ਉਚਾਰਨ ਕੀਤਾ ਹੈ। ਲਓ, ਜਿਹੜੇ ਦਾ ਅੰਤਰੀ ਭਾਵ ਹੈ ਹੁਣ ਉਹ ਤੁਸੀਂ ਸੁਣੋ ਵੀ ਕਿਵੇਂ ਭਗਤ ਕਬੀਰ ਜੀ ਨੇ ਸਾਨੂੰ ਗੋਝ ਭਾਵਾਂ ਦੇ ਨਾਲ ਪਰਮਾਰਥੀ ਸਿਧਾਂਤ ਸਮਝਾਉਣ ਦਾ ਯਤਨ ਕੀਤਾ। ਰਾਜਾ ਰਾਮ ਕਕਰੀਆ ਬਰੇ ਪਕਾਏ, ਕਿਨੈ ਬੂਝਨ ਹਾਰੈ ਖਾਏ। ਰਹਾਉ ਵੀ ਇਹ ਜਿਹੜੀਆਂ ਪੰਕਤੀਆਂ ਨੇ ਨਾ, ਸਿਧਾਂਤ ਰੂਪ ਪੰਕਤੀਆਂ ਨੇ, ਰਹਾਉ ਦੀਆਂ ਪੰਕਤੀਆਂ ਨੇ। ਰਾਜਾ ਰਾਮ ਇੱਥੇ ਪਰਮੇਸ਼ਰ ਦਾ ਨਾਮ ਹੈ। ਰਾਜਾ ਰਾਮ ਉਸ ਪਰਮੇਸ਼ਰ ਨੇ ਕਕਰੀਆ, ਅੱਕ ਦੀਆਂ ਕੱਕੜੀਆਂ ਦੇ ਵੜੇ ਪਕਾਏ, ਭਾਵ ਜਿਹੜੇ ਜ਼ਹਿਰੀਲੇ ਫਲ ਸਨ ਤੇ ਉਹਨਾਂ ਦੇ ਵੜੇ ਪਕਾਏ। ਕਿਨੈ ਬੂਝਨ ਹਾਰਾ ਖਾਏ, ਕਿਸੇ ਵਿਰਲੇ ਹੀ ਸਮਝਣ ਵਾਲੇ ਨੇ ਤੇ ਉਹਨਾਂ ਵੜਿਆਂ ਨੂੰ ਖਾਧਾ ਔਰ ਉਹਨਾਂ ਦੇ ਸਵਾਦ ਨੂੰ ਚਖਿਆ। ਇਹਦਾ ਮਤਲਬ ਕੀ ਹੋਇਆ? ਵੀ ਕਕਰੀਆਂ ਦਾ ਅਰਥ ਹੈ ਵੀ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਇਹ ਵਿਸ਼ੇ ਵਾਸਨਾ ਦੀ ਜ਼ਹਿਰ ਦੇ ਨਾਲ ਭਰੀਆਂ ਪਈਆਂ ਨੇ। ਰਾਜਾ ਰਾਮ ਕਕਰੀਆ ਬਰੇ ਪਕਾਏ, ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਗੁਰਮੁਖਾਂ ਤੇ ਐਸੀ ਕਿਰਪਾ ਕੀਤੀ, ਉਹਨਾਂ ਨੇ ਆਪਣੀਆਂ ਇੰਦਰੀਆਂ ਦਾ ਦਮਨ ਕਰਕੇ ਤੇ ਫਿਰ ਅੱਗੇ ਜਿਹੜੇ ਚੰਗੇ ਗੁਣ ਧਾਰਨ ਕੀਤੇ, ਸਤ ਸੰਤੋਖ ਆਦਿਕ ਮਨੋ ਇਹ ਵੜੇ ਪਕਾਏ। ਕਿਨੈ ਬੂਝਨ ਹਾਰਾ ਖਾਏ, ਕਿਸੇ ਵਿਰਲੇ ਗੁਰਮੁਖ ਨੇ, ਗੁੱਝੇ ਭਾਵ ਨੂੰ ਸਮਝਣ ਵਾਲੇ ਨੇ ਤੇ ਫਿਰ ਉਹ ਜਿਹੜੇ ਸਤ ਸੰਤੋਖ ਆਦਿਕ ਦੇਵੀ ਗੁਣਾਂ ਦੇ ਵੜੇ ਸਨ ਤੇ ਉਹਨਾਂ ਨੂੰ ਖਾਧਾ ਤੇ ਆਨੰਦ ਮਾਣਿਆ। ਲਓ ਹੁਣ ਜਿਹੜੇ ਬਾਕੀ ਸ਼ਬਦ ਦੀਆਂ ਪੰਕਤੀਆਂ ਨੇ ਉਹਨਾਂ ਦੇ ਵੀ ਅਰਥ ਦੁਬਾਰਾ ਸੁਣੋ, ਇੱਕ ਵਾਰੀ ਫਿਰ ਦੁਬਾਰਾ ਪੜ੍ਹ ਦਿਓ। ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਬਜਾਵੈ। ਫੀਲ ਦਾ ਅਰਥ ਹੈ ਹਾਥੀ। ਹਾਥੀ ਇੱਥੇ ਕੌਣ ਹੈ? ਜਰਾ ਸੋਚਣਾ ਪਵੇਗਾ, ਵਿਚਾਰਨਾ ਪਵੇਗਾ। ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਇੱਕ ਥਾਂ ਤੇ ਲਿਖਿਆ ਹੈ, ਮਨ ਕੁੰਚਰ ਪੀਲਕ ਗੁਰੂ। ਮਨ ਹਾਥੀ ਹੈ ਤੇ ਪੀਲਕ ਮਹਾਵਤ ਸਤਿਗੁਰੂ ਨੇ। ਇਸ ਲਈ ਫੀਲ ਦਾ ਅਰਥ ਹੋ ਗਿਆ ਮਨ, ਕਿਉਂਕਿ ਜਿਹੜਾ ਮਨ ਹੈ ਇਹ ਹਉਮੈ ਦੀ ਨਿਹਾਰੀ ਕਰਕੇ ਹਾਥੀ ਵਰਗਾ ਬਣਿਆ ਹੋਇਆ ਹੈ। ਮਨ ਤੋਂ ਮੈਗਲ ਹੋਏ ਰਹੇ ਹੋ, ਨਿਕਸਿਓ ਕਿਉਂ ਕਰ ਜਾਏ। ਫੀਲ ਦਾ ਅਰਥ ਹੋ ਗਿਆ ਹੰਕਾਰੀ ਮਨ। ਇਹ ਜਿਹੜਾ ਹੰਕਾਰੀ ਮਨ ਸੀ ਹੁਣ ਇਹ ਰਬਾਬੀ, ਰੱਬ ਦੀ ਆਉ ਵਾਲਾ ਬਣ ਗਿਆ। ਜਿਹੜਾ ਹੰਕਾਰੀ ਮਨ ਸੀ ਇਹ ਹੁਣ ਰਬਾਬੀ ਗੁਰੂ ਘਰ ਦਾ ਕੀਰਤਨੀਆ ਬਣ ਗਿਆ। ਹੁਣ ਅਰਥ ਸਮਝਣ ਲੱਗ ਪਏ ਨੇ ਨਾ। ਫੀਲ ਰਬਾਬੀ ਜਿਹੜਾ ਹੰਕਾਰੀ ਮਨ ਸੀ, ਹਉਮੈ ਮਨ ਅਸੂਲ ਹੈ, ਜਿਹੜਾ ਹਉਮੈ ਦੇ ਨਾਲ ਅਸੂਲ ਮਨ ਸੀ ਵੀ ਇਹ ਹੁਣ ਵਾਹਿਗੁਰੂ ਦਾ ਕੀਰਤਨੀਆ ਬਣ ਗਿਆ। ਤੇ ਬਲਦ ਪਖਾਵਜ, ਤੇ ਬਲਦ ਕੌਣ ਹੈ? ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕੰਦਨ ਕੋਦੋ ਕੋ ਪੁੱਸ ਖਈ ਹੈ। ਬਾਲੋ ਤੋਂ ਮੁਰਾਦ ਹੈ ਜਿਹੜਾ ਆਲਸੀ ਮਨ ਸੀ। ਆਲਸੀ ਮਨ ਸੀ ਪਖਾਵਜ, ਉਹ ਹੁਣ ਕੀਰਤਨ ਦੇ ਨਾਲ ਜੋੜੀ ਵਜਾਉਣ ਦੀ ਸੇਵਾ ਕਰਨ ਲੱਗ ਪਿਆ। ਕਊਆ ਤਾਲ ਵਜਾਵੇ, ਵੀ ਜਿਹੜਾ ਕਾਂ ਵਾਂਗੂ ਜਿਹੜਾ ਕੁਰਖਤ ਤੇ ਜਿਹੜਾ ਕਾਂ ਵਾਂਗੂ ਅੰਦਰੋਂ ਬਾਹਰੋਂ ਕਾਲਾ ਮਨ ਸੀ ਤੇ ਇਹ ਤਾਲ ਵਜਾਵੇ ਹੁਣ ਕੀਰਤਨ ਦੇ ਨਾਲ। ਤਾਲ ਛੈਣੇ ਤੇ ਕੈਂਸੀਆਂ ਵਜਾਉਣ ਲੱਗ ਪਿਆ।
ਭਾਵ ਇਹ ਜਿਹੜੇ ਸਾਡੇ ਮਨ ਦੇ ਵੱਖੋ ਵੱਖਰੇ ਰੂਪ ਨੇ, ਕਦੇ ਹਾਥੀ ਬਣ ਜਾਂਦਾ ਹੈ, ਕਦੇ ਬਲਦ ਦੇ ਗੁਣ ਤੇ ਆਦਤਾਂ ਧਾਰਨ ਕਰ ਲੈਂਦਾ, ਕਦੇ ਕਾਂ ਵਾਂਗੂ ਕਰਲਾਉਣ ਲੱਗ ਜਾਂਦਾ। ਇਹ ਸਾਰੇ ਸ਼ਬਦ ਮਨ ਦੇ ਲਈ ਵਰਤੇ ਨੇ ਵੀ ਜਿਹੜਾ ਇਹ ਮਨ ਹਾਥੀ ਵਾਂਗੂ ਸੀ ਇਹ ਰਬਾਬੀ ਹੋ ਕੇ ਕੀਰਤਨ ਕਰਨ ਲੱਗ ਪਿਆ, ਤੇ ਜਿਹੜਾ ਬਲਦ ਤੋਂ ਮੁਰਾਦ ਹੈ ਆਲਸੀ ਮਨ ਸੀ ਇਹ ਹੁਣ ਜੋੜੀ ਵਜਾਉਣ ਲੱਗ ਪਿਆ, ਤੇ ਜਿਹੜਾ ਕਾਂ ਵਾਂਗੂ ਅੰਦਰੋਂ ਬਾਹਰੋਂ ਕਾਲਾ ਮਨ ਸੀ ਇਹ ਹੁਣ ਨਾਲ ਤਾਲ ਛੈਣੇ ਵਜਾਉਂਦਾ ਹੈ, ਕੀਰਤਨ ਦੇ ਵਿੱਚ ਸਾਥ ਦੇ ਰਿਹਾ ਹੈ। ਪਹਿਰ ਚੋਲਨ ਗਦਹਾ ਨਾਚੈ, ਪੈਸਾ ਭਗਤ ਕਰਾਵੈ। ਲੋ ਭਗਤ ਜੀ ਕਹਿੰਦੇ ਨੇ ਜਿਹੜਾ ਗਧੇ ਵਾਂਗੂ ਵਿਕਾਰੀ ਮਨ ਸੀ, ਸੈਕਸੀ ਮਨ ਸੀ, ਇਹ ਹੁਣ ਪ੍ਰੇਮ ਦਾ ਚੋਲਣਾ ਚੋਲਾ ਪਾ ਕੇ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਇਹ ਹੁਣ ਪਹਿਰ ਚੋਲਣਾ ਪ੍ਰੇਮ ਦਾ ਚੋਲਾ ਪਹਿਨ ਕੇ, ਪ੍ਰੇਮ ਦਾ ਪਟੋਲਾ ਪਾ ਕੇ ਇਹ ਜਿਹੜਾ ਵਿਕਾਰੀ ਮਨ ਸੀ ਨਾਚਾ ਹੈ, ਇਹ ਹੁਣ ਗੁਰਬਾਣੀ ਦਾ ਨਿਰਣਾ ਕਰਦਾ, ਇਹ ਹੁਣ ਨੱਚਦਾ ਫਿਰਦਾ। ਇਹ ਹੁਣ ਚੋਲਾ ਪਾ ਕੇ ਸਾਡਾ ਜਿਹੜਾ ਵਿਕਾਰੀ ਮਨ ਸੀ ਤੇ ਹੁਣ ਸੇਵਾ ਭਗਤੀ ਵਿੱਚ ਨੱਚਣਾ ਇਹਨੇ ਸ਼ੁਰੂ ਕਰ ਦਿੱਤਾ। ਜਾਂ ਨਾਚੇ ਦਾ ਭਾਵ ਗੁਰਮਤਿ ਦੇ ਅਨੁਸਾਰ ਇਹ ਵੀ ਲਿਆ ਜਾਂਦਾ ਹੈ, ਅੱਜ ਜਿਵੇਂ ਕਈ ਨਿਹੰਗ ਸਿੰਘ ਵੀ ਉਹ ਚੋਲਾ ਪਾ ਕੇ ਤੇ ਫਿਰ ਉਹ ਗੱਤਕਾ ਖੇਡਦੇ ਨੇ, ਪੈਂਤੜੇ ਖੜਦੇ ਨੇ, ਨੱਚਦੇ ਟੱਪਦੇ ਨੇ। ਇਸ ਤਰ੍ਹਾਂ ਜਿਹੜਾ ਸਾਡਾ ਵਿਕਾਰੀ ਮਨ ਸੀ ਵੀ ਹੁਣ ਗੁਰੂ ਦਾ ਸਿੰਘ ਬਣ ਕੇ, ਨਿਹੰਗ ਸਿੰਘ ਬਣ ਕੇ, ਚੋਲਾ ਪਾ ਕੇ ਹੁਣ ਇਹ ਨੱਚਣ ਲੱਗ ਪਿਆ, ਗੱਤਕਾ ਖੇਡਦਾ, ਹਥਿਆਰ ਵਿਦਿਆ ਦੀ ਸਿਖਲਾਈ ਲੈ ਰਿਹਾ ਹੈ। ਪੈਸਾ ਭਗਤ ਕਰਾਵੇ ਤੇ ਮਾਤਾ ਪੈਸਾ ਅਮੋਹਾ ਜਾਏ। ਇਹ ਜਿਹੜਾ ਪੈਸੇ ਤੋਂ ਮੁਰਾਦ ਹੈ ਅਮੋੜ ਮਨ, ਜਿਹੜਾ ਮਨ ਪਹਿਲਾਂ ਹਰੀਆਂ ਹਰੀਆਂ ਚਰਦਾ ਸੀ, ਮੁੜਦਾ ਨਹੀਂ ਸੀ। ਮਾਤਾ ਪੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਹੁਣ ਇਹ ਜਿਹੜਾ ਪੈਸਾ ਮਨ ਸੀ, ਅਮੋੜ ਮਨ ਸੀ, ਬਈ ਇਹ ਵੀ ਹੁਣ ਵਾਹਿਗੁਰੂ ਦੀ ਭਗਤੀ ਕਰਨ ਲੱਗ ਪਿਆ ਹੈ। ਰਾਜਾ ਰਾਮ ਕਕਰੀਆ ਬਰੇ ਪਕਾਏ, ਕਿਨੈ ਬੂਝਨ ਹਾਰੈ ਖਾਏ। ਲੋ ਭਗਤ ਜੀ ਕਹਿੰਦੇ ਨੇ ਵੀ ਰਾਜਾ ਰਾਮ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਗੁਰਮੁਖਾਂ ਤੇ ਉਹਨਾਂ ਨੇ ਕਕਰੀਆ ਜਿਹੜੀਆਂ ਇੰਦਰੀਆਂ ਸਨ ਵੀ ਇਹਨਾਂ ਦਾ ਦਮਨ ਕਰਕੇ ਅੱਗੇ ਸ਼ੁਭ ਗੁਣਾਂ ਦੇ ਵੜੇ ਪਕਾਏ, ਤੇ ਕਿਸੇ ਵਿਰਲੇ ਗੁਰਮੁਖ ਪਿਆਰੇ ਨੇ ਤੇ ਕਿਸੇ ਵਿਰਲੀ ਆਤਮਕ ਸੂਝ ਵਾਲੇ ਗੁਰਮੁਖ ਪਿਆਰੇ ਜਗਿਆਸੂ ਨੇ ਉਹਨਾਂ ਨੂੰ ਛਕਿਆ। ਰਹਾਉ ਬੈਠ ਸਿੰਘ ਘਰ ਪਾਨ ਲਗਾਵੈ, ਕੀਸ ਗਲੌਰੇ ਲਿਆਵੈ। ਲੋ ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਬੈਠ ਸਿੰਘ ਘਰ ਪਾਨ ਲਗਾਵੈ। ਜਿਹੜਾ ਸਿੰਘ ਦਾ ਅਰਥ ਹੈ ਸ਼ੇਰ। ਸ਼ੇਰ ਤੋਂ ਮੁਰਾਦ ਹੈ ਵੀ ਜਿਹੜਾ ਹੰਕਾਰੀ ਮਨ ਸੀ ਉਹ ਹੁਣ ਸਤਸੰਗਤ ਰੂਪੀ ਘਰ ਦੇ ਵਿੱਚ ਬੈਠ ਕੇ ਪਾਨ ਲਗਾਵੇ। ਉਹ ਪਾਨਾਂ ਦੇ ਬੀੜੇ ਕੀ ਹੈ ਵੀ ਜਿਹੜੇ ਮਹਾਵਾਕ ਨੇ, ਗੁਰਬਾਣੀ ਦੇ ਸ਼ਬਦ ਨੇ, ਉਹਨਾਂ ਨੂੰ ਉਚਾਰਨ ਕਰਨ ਲੱਗ ਪਿਆ। ਸਿੰਘ ਤੋਂ ਮੁਰਾਦ ਹੈ ਹੰਕਾਰੀ ਮਨ। ਉਹ ਹੁਣ ਘਰ ਸਤਸੰਗਤ ਵਿੱਚ ਬੈਠ ਕੇ ਪਾਨ ਲਗਾਵੇ, ਪਾਨਾਂ ਦੇ ਬੀੜੇ ਲਾ ਰਿਹਾ, ਭਾਵ ਮਹਾਵਾਕ ਗੁਰਬਾਣੀ ਦੇ ਸ਼ਬਦ ਗਾਇਨ ਕਰ ਰਿਹਾ ਹੈ। ਤੇ ਕੀਸ ਗਲੌਰੇ ਲਿਆਵੇ। ਕੀਸ ਜਿਹੜੀ ਤਾਮਸੀ ਬਿਰਤੀ ਹੈ, ਜਿਹੜੀ ਪਹਿਲਾਂ ਤਾਮਸੀ ਬਿਰਤੀ ਸੀ ਔਰ ਉਹ ਹੁਣ ਸ਼ਾਂਤਕੀ ਬਣ ਗਈ ਹੈ, ਤੇ ਜਿਹੜੀ ਸ਼ਾਂਤਕੀ ਬਿਰਤੀ ਹੈ ਉਹ ਗਲੌਰੇ ਪਾਨਾਂ ਦੇ ਬੀੜੇ ਭਾਵ ਸ਼ਬਦਾਂ ਨੂੰ ਚੁਣ ਚੁਣ ਕੇ, ਕੀਸ ਦਾ ਅਰਥ ਹੈ ਸ਼ਬਦ ਦੀ ਵਿਚਾਰ ਵਾਲੀ, ਸ਼ਬਦ ਦੀ ਖੋਜ ਕਰਨ ਵਾਲੀ ਬਿਰਤੀ ਸੀ। ਉਹ ਜਿਹੜੀ ਐਸੀ ਕੀਸ ਚੁੰਦਰ ਸੀ, ਸ਼ਬਦ ਦੀ ਵਿਚਾਰ ਕਰਨ ਵਾਲੀ ਬਿਰਤੀ, ਉਹ ਹੁਣ ਗਲੌਰੇ ਦਾ ਅਰਥ ਵੀ ਪਾਨਾਂ ਦੇ ਬੀੜੇ ਤੋਂ ਮੁਰਾਦ ਹੈ ਗੁਰਬਾਣੀ ਦੇ 94 ਸ਼ਬਦ ਲਿਆ ਕੇ ਸੰਗਤ ਨੂੰ ਸੁਣਾਉਂਦੀ ਹੈ। ਘਰ ਘਰ ਮੁਸਲੀ ਮੰਗਲ ਗਾਵੈ, ਕਛੂਆ ਸ਼ੰਖ ਬਜਾਵੈ। ਘਰ ਘਰ ਮੁਸਲੀ ਨਹੀਂ ਮੁਸਰੀ, ਘਰ ਘਰ ਮੁਸਰੀ ਮੰਗਲ ਗਾਵੈ। ਲੋ ਮੁਸਰੀ ਦਾ ਅਰਥ ਚੂਹੀ ਹੈ, ਇੱਥੇ ਅੰਤਰੀਵ ਅਰਥ ਦੇ ਵਿੱਚ ਮੁਸਰੀ ਦਾ ਅਰਥ ਹੈ ਇੰਦਰੀਆਂ। ਘਰ ਘਰ ਮੁਸਰੀ ਮੰਗਲ ਗਾਵੈ ਵੀ ਜਿਹੜੀਆਂ ਮੁਸਰੀ ਇੰਦਰੀਆਂ ਨੇ ਇਹ ਆਪੋ ਆਪਣੇ ਘਰ ਗੋਲਕਾਂ ਦੇ ਵਿੱਚ ਬੈਠ ਕੇ ਵਾਹਿਗੁਰੂ ਦੇ ਜਸ ਨੂੰ ਗਾ ਰਹੀਆਂ ਨੇ। ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ, ਦਰਗਹਿ ਪਾਈਐ ਠਾਉ। ਇਹ ਜਿਹੜੀਆਂ ਇੰਦਰੀਆਂ ਸਨ ਆਪੋ ਆਪਣੇ ਘਰ ਗੋਲਕਾਂ ਦੇ ਵਿੱਚ ਬੈਠ ਕੇ ਹੁਣ ਵਾਹਿਗੁਰੂ ਦੇ ਜਸ ਨੂੰ ਗਾਉਣ ਲੱਗ ਪਈਆਂ ਨੇ। ਕਛੂਆ ਸ਼ੰਖ ਬਜਾਵੇ। ਜਿਹੜਾ ਕੱਛੂ ਵਾਂਗੂ ਸੰਜਮੀ ਮਨ ਹੈ, ਜਿਸ ਨੇ ਆਪਣੀਆਂ ਬਿਰਤੀਆਂ ਨੂੰ ਸੰਕੋਚ ਲਿਆ, ਜਿਵੇਂ ਕੱਛੂ ਆਪਣੇ ਉਹ ਪੈਰਾਂ ਨੂੰ ਤੇ ਸਰੀਰ ਨੂੰ ਅੰਦਰ ਲੁਕੋ ਲੈਂਦਾ ਹੈ ਨਾ,
ਇਉਂ ਕੱਛੂ ਵਾਂਗੂ ਜਿਹੜਾ ਸੰਤੋਖੀ ਮਨ ਹੈ ਜਾਂ ਜਿਸਨੇ ਆਪਣੀਆਂ ਬਿਰਤੀਆਂ ਨੂੰ ਸਾਧ ਲਿਆ ਹੈ, ਐਸਾ ਜਿਹੜਾ ਕੱਛੂ ਵਰਗਾ ਮਨ ਹੈ, ਸੰਖ ਵਜਾਵੇ, ਉਹ ਵਾਹਿਗੁਰੂ ਦੇ ਜਸ ਦਾ ਸੰਖ ਵਜਾ ਰਿਹਾ ਹੈ, ਉਹ ਵਾਹਿਗੁਰੂ ਦੇ ਉਹ ਸ਼ਬਦ ਦਾ ਨਾਦ ਪੂਰ ਰਿਹਾ ਹੈ। ਬਾਂਸ ਕੋ ਪੂਤ ਬਿਆਹਨ ਚੱਲਿਆ, ਸੋਇਨੇ ਮੰਡ ਪਛਾਏ। ਹੁਣ ਇੱਥੇ ਬੰਸ ਦਾ ਅਰਥ ਹੈ ਬਾਂਝ। ਬਾਂਝ ਇਸਤਰੀ ਕੌਣ ਹੈ? ਮਾਇਆ। ਜਿਹੜੀ ਮਾਇਆ ਉਹ ਬਾਂਝ ਹੈ। ਤੇ ਕਹਿੰਦੇ ਨੇ ਬੰਸ ਕੋ ਪੂਤ ਬਿਆਹਨ ਚੱਲਿਆ। ਮਾਇਆ ਦਾ ਪੁੱਤਰ ਕੌਣ ਹੈ? ਜੀਵ। ਇਹ ਜਿਹੜਾ ਮਾਇਆ ਦਾ ਪੁੱਤਰ ਜੀਵ ਹੈ, ਕਹਿੰਦੇ ਨੇ ਇਹ ਹੁਣ ਵਿਆਹੁਣ ਵਾਸਤੇ ਚੱਲਿਆ। ਕਿਹਨੂੰ ਵਿਆਹੁਣ ਵਾਸਤੇ ਚੱਲਿਆ? ਇਹ ਮੁਕਤੀ ਰੂਪੀ ਲਾੜੀ ਨੂੰ ਵਿਆਹੁਣ ਵਾਸਤੇ ਚੱਲਿਆ। ਇਹ ਜਿਹੜਾ ਮਾਇਆ ਦਾ ਪੁੱਤਰ ਜੀਵ ਸੀ, ਜਾਂ ਕੁਛ ਵਿਦਵਾਨਾਂ ਨੇ ਬੰਸ ਦਾ ਅਰਥ ਹੈ ਵੀ ਇਹ ਵਾਹਿਗੁਰੂ ਦੀ ਬੰਸ ਦਾ ਇਹ ਇੱਕ ਵਾਹਿਗੁਰੂ ਦੀ ਬੰਸ ਦੀ ਹੀ ਅੰਸ਼ ਇਹ ਜੀਵ ਹੈ, ਕਿਉਂਕਿ ਸਾਰੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਤੋਂ ਪੈਦਾ ਹੋਏ ਨੇ ਨਾ। ਏਕ ਪਿਤਾ ਏਕਸ ਕੀ ਹਮ ਬਾਰਕ ਤੂੰ ਮੇਰਾ ਗੁਰਹਾਈ। ਬੰਸ ਕੋ ਪੂਤ ਦਾ ਅਰਥ ਵੀ ਵਾਹਿਗੁਰੂ ਦੀ ਬੰਸ ਦਾ ਪੁੱਤਰ ਇਹ ਜੀਵ, ਭਾਵ ਰੱਬ ਦਾ ਪੁੱਤਰ ਇਹ ਜੀਵ ਮੁਕਤੀ ਰੂਪੀ ਲਾੜੀ ਨੂੰ ਵਿਆਹੁਣ ਵਾਸਤੇ ਚੱਲਿਆ। ਸੋਇਨੇ ਮੰਡਪ ਛਾਏ, ਤੇ ਅੱਗੇ ਪਾਏ ਸੋਨੇ ਦੇ ਬੜੇ ਸੋਹਣੇ ਸ਼ਮਿਆਨੇ ਤੇ ਪੰਡਾਲ ਲੱਗੇ ਹੋਏ ਨੇ, ਭਾਵ ਅੱਗੇ ਸੱਚਖੰਡ ਦੇ ਵਿੱਚ ਬੜੇ ਸੁਨਹਿਰੀ ਇਸ ਤਰ੍ਹਾਂ ਦੇ ਸ਼ਮਿਆਨੇ ਲੱਗੇ ਹੁੰਦੇ ਨੇ। ਜਦੋਂ ਕੋਈ ਜਗਿਆਸੂ, ਕੋਈ ਜੀਵ ਮੁਕਤੀ ਰੂਪੀ ਲਾੜੀ ਨੂੰ ਵਿਆਹੁਣ ਵਾਸਤੇ ਜਾਂਦਾ ਹੈ, ਤੇ ਅੱਗੇ ਸੱਚਖੰਡ ਦੇ ਵਿੱਚ ਬੈਕੁੰਠ ਦੇ ਵਿੱਚ ਸੋਨੇ ਦੇ ਸ਼ਮਿਆਨੇ ਉਸਦੇ ਵਾਸਤੇ ਲੱਗੇ ਹੁੰਦੇ ਹਨ। ਰੂਪ ਕੰਨਿਆ ਸੁੰਦਰ ਬੇਦੀ, ਸਸੈ ਸਿੰਘ ਗੁਣ ਗਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ, ਰੂਪ ਕੰਨਿਆ ਸੁੰਦਰ ਬੇਦੀ। ਤੇ ਜੀਵ ਰੂਪ ਵਾਂਝ ਦੇ ਪੁੱਤਰ ਨੇ। ਰੂਪ ਕੰਨਿਆ ਬੜੇ ਸੁੰਦਰ ਰੂਪ ਵਾਲੀ ਇਸਤਰੀ, ਕੰਨਿਆ ਭਾਵ ਮੁਕਤੀ, ਬੇਦੀ ਦਾ ਅਰਥ ਵੰਨ ਦਿੱਤੀ। ਇਹਦਾ ਮਤਲਬ ਬੜੇ ਸੁੰਦਰ ਰੂਪ ਵਾਲੀ ਜਿਹੜੀ ਮੁਕਤੀ ਸੀ ਨਾ, 4 ਮੁਕਤੀਆਂ ਨੇ ਬੈਕੁੰਠ ਦੀਆਂ, ਸਾਲੋਕ, ਸਾਮੀਪ, ਸਾਰੂਪ, ਸਾਯੁਜ, ਤੇ ਇੱਕ ਹੈ ਕੇਵਲ ਮੁਕਤੀ। ਇਹ ਸਭ ਤੋਂ ਅੱਛੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇਉਂ ਇਸ ਮਾਇਆ ਦੇ ਪੁੱਤਰ ਜੀਵ ਨੇ, ਅਥਵਾ ਵਾਹਿਗੁਰੂ ਦੇ ਪੁੱਤਰ ਇਸ ਜੀਵ ਨੇ, ਜਗਿਆਸੂ ਨੇ, ਭਗਤ ਨੇ, ਗੁਰਸਿੱਖ ਨੇ ਬੜੇ ਸੁੰਦਰ ਰੂਪ ਵਾਲੀ ਮੁਕਤੀ ਰੂਪੀ ਲਾੜੀ ਨੂੰ ਵਿਨਿਆ, ਭਾਵ ਉਸ ਦੇ ਨਾਲ ਵਿਆਹ ਕੀਤਾ। ਸਸੈ ਸਿੰਘ ਗੁਣ ਗਾਏ। ਫਿਰ ਉਹ ਸਹੇ ਤੇ ਸ਼ੇਰ ਨੇ ਕਹਿੰਦੇ ਗੁਣ ਗਾਏ। ਸਹੇ ਤੋਂ ਮੁਰਾਦ ਹੈ ਜਿਹੜਾ ਨਿਰਬਲ ਤੇ ਕਮਜ਼ੋਰ ਜਿਹਾ ਮਨ ਸੀ, ਉਹ ਹੁਣ ਸਿੰਘ ਤੋਂ ਭਾਵ ਲੈਣਾ ਵੀ ਉਹ ਦਲੇਰ ਹੋ ਗਿਆ, ਤਕੜਾ ਹੋ ਗਿਆ, ਬਹਾਦਰ ਹੋ ਗਿਆ। ਜਿਹੜਾ ਸਹੇ ਵਰਗਾ ਪਹਿਲਾਂ ਡਰਪੋਕ ਮਨ ਸੀ, ਹੁਣ ਉਹ ਸ਼ੇਰ ਵਾਂਗੂ ਬਹਾਦਰ ਹੋ ਕੇ, ਤਕੜਾ ਹੋ ਕੇ, ਸੂਰਮਾ ਬਣ ਕੇ ਗੁਣ ਗਾਏ, ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹੈ। ਕਹਿਤ ਕਬੀਰ ਸੁਨਹੁ ਰੇ ਸੰਤ ਹੋ, ਕੀਟੀ ਪਰਬਤ ਖਾਇਆ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਇਹ ਰੱਬ ਦੇ ਪਿਆਰਿਓ ਸੰਤੋ ਸੁਣੋ, ਕੀਟੀ ਪਰਬਤ ਖਾਇਆ। ਵੀ ਕਹਿੰਦੇ ਨੇ ਇਹ ਕੀੜੇ ਨੇ ਪਹਾੜ ਖਾ ਲਿਆ। ਕੀੜੀ ਕਿਹੜੀ ਹੈ? ਜਿਹੜੀ ਨਿਮਰਤਾ ਦਾ ਗੁਣ ਹੈ, ਹਲੀਮੀ ਹੈ, ਇਹ ਕੀੜੀ ਹੈ। ਪਰਬਤ ਖਾਇਆ, ਤੇ ਪਹਾੜ ਕਿਹੜਾ ਹੈ? ਅਗਿਆਨ ਦਾ। ਇਹ ਨਿਮਰਤਾ ਦੀ ਕੀੜੀ ਨੇ ਅਗਿਆਨ ਦਾ ਪਹਾੜ ਖਾ ਲਿਆ। ਭਾਵ ਜਦੋਂ ਜਗਿਆਸੂ ਨਿਮਰਤਾ ਧਾਰਨ ਕਰ ਲੈਂਦਾ ਹੈ, ਤੇ ਫਿਰ ਉਹ ਅਗਿਆਨ ਦੇ ਪਹਾੜ ਨੂੰ ਵੀ, ਤੇ ਜਿਹੜਾ ਹੰਕਾਰ ਹੈ ਉਹ ਵੀ ਇੱਕ ਬਹੁਤ ਸਾਰਾ ਪਹਾੜ ਹੀ ਹੈ। ਤੇ ਇਸ ਨਿਮਰਤਾ ਵਾਲੀ ਬਿਰਤੀ ਨੇ ਹੰਕਾਰ ਰੂਪੀ ਤੇ ਅਗਿਆਨ ਰੂਪੀ ਪਹਾੜ ਨੂੰ ਖਾ ਲਿਆ। ਕਛੂਆ ਕਹੈ ਅੰਗਾਰ ਭੇ ਲੋਰੋ, ਲੂਕੀ ਸ਼ਬਦ ਸੁਨਾਇਆ। ਲੋਕ ਕਹਿੰਦੇ ਨੇ ਜਿਹੜਾ ਕੱਛੂ ਵਾਂਗੂ ਜਿਹੜਾ ਹੁਣ ਸੰਜਮੀ ਮਨ ਹੈ, ਜਿਸ ਨੇ ਇੰਦਰੀਆਂ ਦਾ ਦਮਨ ਕੀਤਾ ਹੋਇਆ ਹੈ, ਐਸਾ ਜਿਹੜਾ ਮਨ ਹੈ ਵੀ ਉਹ ਹੁਣ ਜੀਵ ਨੂੰ ਕਹਿੰਦਾ ਅੰਗਿਆਰ ਭੇ ਲੋਰੋ, ਵੀ ਤੁਹਾਨੂੰ ਅੰਗਿਆਰ ਚਾਹੀਦੇ ਨੇ। ਭਾਵ ਤੁਹਾਨੂੰ ਸਤ ਸੰਤੋਖ ਆਦਿਕ ਜਿਹੜੇ ਦੇਵੀ ਗੁਣ ਨੇ, ਅਥਵਾ ਵੈਰਾਗ ਵਿਵੇਕ ਆਦਿਕ ਦੇ ਜਿਹੜੇ ਸ੍ਰੇਸ਼ਟ ਗੁਣ ਨੇ, ਅਥਵਾ ਪ੍ਰੋਖ ਤੇ ਉਪਰੋਕਸ਼ ਦੇ ਗਿਆਨ ਦੇ ਜਿਹੜੇ ਅੰਗਿਆਰ ਨੇ, ਪਖ ਦੇ ਅੰਗਿਆਰ ਨੇ, ਉਹ ਤੁਹਾਨੂੰ ਚਾਹੀਦੇ ਨੇ। ਤੇ ਜਿਹੜਾ ਸੰਜਮੀ ਮਨ ਹੈ ਉਹ ਪ੍ਰੋਖ ਤੇ ਉਪਰੋਕਸ਼ ਰੂਪੀ ਗਿਆਨ ਰੂਪੀ ਅੰਗਿਆਰਾਂ ਨੂੰ ਉਹ ਲਿਆ ਕੇ ਦੇ ਦਿੰਦਾ ਹੈ। ਲੂਕੀ ਸ਼ਬਦ ਸੁਣਾਇਆ। ਲੋ ਭਗਤ ਜੀ ਕਹਿੰਦੇ ਨੇ ਵੀ ਜਿਹੜੀ ਲੂਕੀ ਹੈ, ਜਿਹੜੀ ਲੁਕੀ ਹੋਈ ਬਿਰਤੀ ਹੈ, ਭਾਵ ਜਿਹੜੀ ਸੂਖਮ ਬਿਰਤੀ ਹੈ, ਤੁਗਰਿਆ ਬੁੱਧਿਆ ਸੂਖਮਿਆ ਸੂਖਮਦਰਸ਼ੀ, ਵੀ ਜਿਹੜੀ ਆਤਮਾ ਨੂੰ ਅੱਗੇ ਅਨੁਭਵ ਕਰਨ ਵਾਲੀ ਹੈ,
ਉਸ ਲੁਕੀ ਹੋਈ ਭਾਵ ਸੂਖਮ ਜਿਹੜੀ ਸੁਰਤ ਹੈ ਉਸ ਨੇ ਅੱਗੇ ਸ਼ਬਦ ਸੁਣਾਇਆ, ਵਾਹਿਗੁਰੂ ਦੇ ਨਾਮ ਨੂੰ ਉੱਚੀ ਉਚਾਰਨ ਕਰਕੇ ਸੁਣਾਇਆ ਵੀ ਇਹ ਹੈ ਅਸਲੀ ਜਿਗਿਆਸੂਆਂ ਦੀ ਧਾਰਨਾ। ਗੋਜ ਭਾਵ ਜੋ ਭਗਤ ਕਬੀਰ ਜੀ ਨੇ ਲੋਕੀ ਸ਼ਬਦ ਸੁਣਾਇਆ, ਗੁੱਝੇ ਭਾਵ ਵਾਲਾ ਸ਼ਬਦ ਸੁਣਾਇਆ। ਅਸਲੀ ਤੇ ਸਿਧਾਂਤ ਰੂਪ ਅਰਥ ਇਹੀ ਨੇ ਜੋ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਦੂਸਰਾ, ਇਹਨਾਂ ਦੇ ਵਿੱਚ ਕੁਛ ਭਾਵ ਇਉਂ ਵੀ ਝਲਕਦਾ ਹੈ, ਜਿਵੇਂ ਕੁਛ ਵਿਦਵਾਨਾਂ ਨੇ ਇਹ ਗੱਲ ਆਖੀ ਹੈ ਬਈ ਭਗਤ ਕਬੀਰ ਜੀ ਨੇ ਵੀ ਇਹ ਜਿਹੜੀਆਂ ਗੱਲਾਂ ਲਿਖੀਆਂ ਨੇ ਇਹ ਅਜਾਤਵਾਦ ਨੂੰ ਸਿੱਧ ਕਰਦੀਆਂ ਨੇ। ਅਜਾਤਵਾਦ ਕੀ ਹੁੰਦਾ ਹੈ? ਵੀ ਜਿਹੜੀ ਗੱਲ ਕਦੀ ਹੋਈ ਨਾ ਹੋਵੇ ਉਹਨੂੰ ਅਜਾਤਵਾਦ ਕਹਿੰਦੇ ਨੇ। ਲੋ ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਨਾ ਇਹ ਵੀ ਇਸੇ ਤਰ੍ਹਾਂ ਹੀ ਹੈ। ਜਿਵੇਂ ਕੋਈ ਇਹ ਗੱਲਾਂ ਆਖੇ ਨਾ ਵੀ ਰਾਜਾ ਰਾਮ ਕਕਰੀਆ ਬੜੇ ਪਕਾਏ, ਵੀ ਕਿਸੇ ਨੇ ਕੱਕੜੀਆਂ ਦੇ ਵੜੇ ਪਕਾਏ, ਇਹ ਦੂਜਾ ਭਾਵ ਜਿਵੇਂ ਵਿਦਵਾਨਾਂ ਨੇ ਹੋਰ ਅਰਥ ਕੀਤੇ ਨੇ ਉਹ ਇਸ ਲਈ ਵੀ ਥੋੜ੍ਹਾ ਜਿਹਾ ਸਮਝ ਗੋਚਰਾ ਸੰਗਤ ਦੇ ਹੋ ਜਾਵੇ ਉਹ ਦਰਸਾਏ ਜਾ ਰਹੇ ਨੇ ਵੀ ਰਾਜਾ ਰਾਮ ਨਾਮ ਦੇ ਕਿਸੇ ਹਲਵਾਈ ਨੇ ਕੱਕਰੀਆਂ ਦੇ ਬੜੇ ਪਕਾਏ, ਤੇ ਜਾਂ ਕੱਕਰੀਆ ਦਾ ਅਰਥ ਵੀ ਕੱਕਰ ਵੀ ਕੀਤਾ, ਕੋਰਾ ਵੀ ਕੀਤਾ, ਤੇ ਉੱਥੋਂ ਭਾਵ ਲੈਣਾ ਬਰਫ਼ ਦਾ। ਵੀ ਕਹਿੰਦੇ ਨੇ ਕਹਿੰਦੇ ਇੱਕ ਹਲਵਾਈ ਨੇ ਬਰਫ਼ ਦੇ ਵੜੇ ਪਕਾ ਦਿੱਤੇ। ਬਰਫ਼ ਦੇ ਵੜੇ ਕਿਤੇ ਪੱਕ ਸਕਦੇ ਆ? ਇਹ ਗੱਲ ਅਣਹੋਣੀ ਹੈ ਨਾ। ਤੇ ਕਿਨੇ ਬੁੱਝਣ ਹਾਰਾ ਖਾਏ, ਕਿਸੇ ਬੁੱਝਣ ਵਾਲੇ ਨੇ ਖਾਦੇ ਨੇ। ਕੁਛ ਵਿਦਵਾਨਾਂ ਨੇ ਪਾਠ ਰਾਜਾ ਰਾਮ ਕੱਕਰੀ ਆਂਬਰੇ ਪਕਾਏ ਇਹ ਵੀ ਕੀਤਾ। ਉਹ ਕਹਿੰਦੇ ਵੀ ਵਾਹਿਗੁਰੂ ਨੇ ਜਿਹੜੀਆਂ ਅੱਕ ਦੀਆਂ ਕੱਕੜੀਆਂ ਸਨ ਤੇ ਉਹਨਾਂ ਨੂੰ ਆਂਬਰੇ ਅੰਬ ਲਾ ਕੇ ਪਕਾ ਦਿੱਤੇ, ਪੱਕੇ ਅੰਬ ਬਣਾ ਦਿੱਤੇ। ਤੇ ਫਿਰ ਉਹ ਇਤਿਹਾਸਕ ਸਾਖੀ ਸੁਣਾਉਂਦੇ ਨੇ, ਕਹਿੰਦੇ ਨੇ ਮਰਦਾਨੇ ਨੂੰ ਭੁੱਖ ਲੱਗੀ ਤੇ ਕਹਿਣ ਲੱਗਾ ਮਹਾਰਾਜ ਮੈਨੂੰ ਕੁਛ ਖਾਣ ਲਈ ਦਿਓ। ਤੇ ਗੁਰੂ ਨਾਨਕ ਸਾਹਿਬ ਜੀ ਨੇ ਅੱਕ ਦਾ ਬੂਟਾ ਖੜਾ ਸੀ, ਕਹਿੰਦੇ ਚੰਗਾ ਭਾਈ ਉਹ ਅੱਕ ਦੀਆਂ ਕੱਕੜੀਆਂ ਤੋੜ ਕੇ ਖਾ ਲੈ। ਕਹਿੰਦਾ ਮਹਾਰਾਜ ਤੁਸੀਂ ਮੇਰੇ ਨਾਲ ਮਜ਼ਾਕ ਕਰਦੇ ਹੋ, ਮੈਂ ਇਹ ਜ਼ਹਿਰੀਲੇ ਫਲ ਖਾ ਕੇ ਤੇ ਮੈਂ ਮਰਨਾ, ਮੈਂ ਕਿਵੇਂ ਇਹਨਾਂ ਨੂੰ ਖਾ ਸਕਦਾ? ਗੁਰੂ ਮਹਾਰਾਜ ਕਹਿੰਦੇ ਤੂੰ ਬਚਨ ਮੰਨ, ਤੂੰ ਖਾ ਕੇ ਤਾਂ ਵੇਖ। ਤੇ ਜਦੋਂ ਉਸਨੇ ਖਾਧੇ ਤੇ ਉਹ ਅੰਬ ਵਰਗੇ ਮਿੱਠੇ ਸਨ। ਇਹ ਇਤਿਹਾਸਕ ਪੱਖ ਹੈ। ਰਾਜਾ ਰਾਮ ਕੱਕਰੀ ਅੰਬਰੇ ਪਕਾਏ, ਕਹਿੰਦੇ ਵੀ ਰਾਜਾ ਰਾਮ ਧੰਨ ਗੁਰੂ ਨਾਨਕ ਦੇ ਮਹਾਰਾਜ ਪਰਮੇਸ਼ਰ ਰੂਪ ਸਤਿਗੁਰੂ ਨੇ ਵੀ ਉਹ ਦੇਖ ਲਓ ਜਿਹੜੀਆਂ ਅੱਕ ਦੀਆਂ ਕੱਕੜੀਆਂ ਸਨ ਉਹਨਾਂ ਦੇ ਪੱਕੇ ਅੰਬ ਬਣਾ ਦਿੱਤੇ। ਵੀ ਇਹ ਇੱਕ ਐਸਾ ਵੀ ਅਰਥ ਕੁਛ ਵਿਦਵਾਨਾਂ ਨੇ ਕੀਤਾ ਹੈ, ਪਰ ਇਹ ਆਜ਼ਾਦਵਾਦ ਨੂੰ ਸਿੱਧ ਕਰਦਾ। ਜਿਵੇਂ ਕੋਈ ਆਖੇ ਵੀ ਜਿਹੜਾ ਹਾਥੀ ਔਰ ਰਬਾਬੀ ਬਣ ਗਿਆ, ਬਲਦ ਪਖਾਵਜ ਤਪਲਚੀ ਬਣ ਗਿਆ ਤੇ ਕਊਆ ਤਾਲ ਵਜਾਰੇ, ਗੱਲਾਂ ਤੇ ਹੁਣ ਅਣਹੋਣੀਆਂ ਨੇ। ਜਿਵੇਂ ਕੋਈ ਗਧਾ ਚੋਲਾ ਪਾ ਕੇ ਨੱਚ ਰਿਹਾ, ਕੋਈ ਝੋਟਾ ਉਹ ਭਗਤੀ ਕਰ ਰਿਹਾ, ਇਹ ਗੱਲਾਂ ਸਾਰੀਆਂ ਹੀ ਅਣਹੋਣੀਆਂ ਨੇ। ਜਿਵੇਂ ਸਾਰੀਆਂ ਗੱਲਾਂ ਨੇ ਅਣਹੋਣੀਆਂ, ਇਸੇ ਤਰ੍ਹਾਂ ਬਈ ਸੰਸਾਰ ਵੀ ਝੂਠਾ ਹੈ। ਇਸ ਢੰਗ ਦੇ ਨਾਲ ਵੀ ਇਹਦੇ ਅਰਥ ਕੁਛ ਵਿਦਵਾਨਾਂ ਨੇ ਚਲੋ ਕੀਤੇ ਨੇ। ਸੋ ਸਮਾਂ ਤਕਰੀਬਨ ਲਗਭਗ ਸੰਪੂਰਨ ਹੋ ਗਿਆ ਹੈ, ਇਸ ਲਈ ਜੀ ਹੁਣ ਆਪਾਂ ਅੱਗੇ ਹੋਰ ਵਿਚਾਰ ਆਰੰਭ ਕੀਤੀ, ਸਮਾਂ ਵਧੀਕ ਲੱਗ ਜਾਵੇਗਾ। ਇੱਥੇ ਆਪਾਂ ਹੁਣ ਸਮਾਪਤੀ ਕਰਦੇ ਹਾਂ। ਭਗਤ ਕਬੀਰ ਜੀ ਨੇ ਕਿਉਂਕਿ ਗੋਝ ਭਾਵਾਂ ਵਾਲਾ ਸ਼ਬਦ ਸੀ, ਕਿਉਂਕਿ ਇਹ ਸ਼ਬਦ ਐਸਾ ਹੈ ਜਿੱਥੇ ਵੱਡੇ ਵੱਡੇ ਵਿਦਵਾਨਾਂ ਦੀ ਬੁੱਧੀ ਵੀ ਚਕਰਤ ਹੋ ਜਾਂਦੀ ਹੈ। ਤੇ ਇਹੋ ਜਿਹੇ ਸ਼ਬਦ ਦੇ ਸਿਧਾਂਤ ਨੂੰ ਸ਼ੁੱਧ ਰੂਪ ਦੇ ਵਿੱਚ ਤਾਂ ਭਾਈ ਸਤਿਗੁਰੂ ਜਾਣਦੇ ਨੇ ਜਾਂ ਭਗਤ ਕਬੀਰ ਜੀ ਜਾਣਦੇ ਨੇ ਜਿਨ੍ਹਾਂ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਬਾਕੀ ਭਾਈ ਜਿੰਨੀ ਸਤਿਗੁਰੂ ਕਿਸੇ ਵਿਦਵਾਨ ਤੇ ਮਹਾਂਪੁਰਖ ਤੇ ਮਿਹਰ ਕਰਦੇ ਨੇ, ਚਲੋ ਉਸ ਗੁਰਬਾਣੀ ਦੇ ਗੁੱਝੇ ਭਾਵਾਂ ਨੂੰ ਪ੍ਰਗਟ ਕਰਕੇ ਸੰਗਤਾਂ ਨੂੰ ਸੁਣਾਉਂਦਾ ਹੈ ਤੇ ਸੰਗਤ ਦੀਆਂ ਖੁਸ਼ੀਆਂ ਲੈਂਦਾ ਹੈ। ਕੋਈ ਵੀ ਸ਼ਬਦ ਜੇ ਗੁਰਮਤਿ ਸਿਧਾਂਤ ਦੇ ਉਲਟ ਬੋਲਿਆ ਗਿਆ ਹੋਵੇ ਉਹਦੇ ਲਈ ਸੰਗਤ ਨੇ ਖਿਮਾ ਕਰਨਾ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਹਿਤ ਕਬੀਰ ਸੁਨੋ ਰੇ ਸੰਤ ਹੋ, ਕੀਟੀ ਪਰਬਤ ਖਾਇਆ। ਕਛੂਆ ਕਹੈ ਅੰਗਾਰ ਭੇ ਲੋਰੋ, ਲੂਕੀ ਸ਼ਬਦ ਸੁਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।